ਹਾਂਜੀ ਦੋਸਤੋ, ਅੱਜ ਅਸੀਂ ਪਹੁੰਚੇ ਹੈਗੇ ਆ ਅਕਾਲ ਮਲਟੀ ਸਪੈਸ਼ਲਿਟੀ ਹਸਪੀਟਲ GT ਰੋਡ ਰਈਆ ਦੇ ਉੱਤੇ, ਜਿੱਥੇ ਤੁਸੀਂ ਦੇਖ ਸਕਦੇ ਆ ਅੱਜ 10 ਅਕਤੂਬਰ 2021 ਇਸ ਹਸਪੀਟਲ ਦੀ ਓਪਨਿੰਗ ਹੋਈ ਆ। ਤੇ ਸਭ ਤੋਂ ਖੁਸ਼ਖਬਰੀ ਵਾਲੀ ਇਸ ਇਲਾਕੇ ਵਾਲਿਆਂ ਦੀ ਗੱਲ ਇਹ ਹੈਗੀ ਕਿ ਇਸ ਏਰੀਏ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਮਲਟੀ ਸਪੈਸ਼ਲਿਟੀ ਹਸਪੀਟਲ ਜਿਹੜਾ ਇੱਥੇ ਓਪਨ ਹੋਇਆ ਹੈਗਾ ਆ। ਇਸ ਏਰੀਏ ਜਾਂ ਤਾਂ ਅੰਮ੍ਰਿਤਸਰ ਸੀਗਾ ਤੇ ਜਾਂ ਜਲੰਧਰ ਸੀਗਾ। ਇਸ ਤੋਂ ਇਲਾਵਾ ਇਸ ਏਰੀਏ 'ਚ ਕੋਈ ਵੀ ਅਜਿਹਾ ਹਸਪੀਟਲ ਨਹੀਂ ਸੀ ਜਿੱਥੇ ਹਰੇਕ ਤਰ੍ਹਾਂ ਦੇ ਸਰਜਨ ਤੁਹਾਡੇ ਕੋਲ ਅਵੇਲੇਬਲ ਹੋਣ। 24/7 ਇੱਥੇ ਅਵੇਲੇਬਲ ਹੈਗੇ ਆ। ਅਸੀਂ ਡਾਕਟਰ ਸਾਹਿਬਾਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਹਾਨੂੰ ਦੱਸਣਾ ਚਾਹੁੰਦੇ ਕਿ ਡਾਕਟਰ ਅਮਰਜੋਤ ਸਿੰਘ ਜੀ ਸਿੱਧੂ, ਡਾਕਟਰ ਅਮਨਦੀਪ ਸਿੰਘ ਜੀ ਜਿਹੜੇ ਹੈਗੇ ਇੱਥੇ ਸਪੈਸ਼ਲੀ ਜਿਹੜੇ ਹੈਗੇ ਇੱਥੇ ਅਵੇਲੇਬਲ ਰਹਿਣਗੇ ਆਪ ਸਭ ਵਾਸਤੇ। ਜਿਹੜੇ ਹੈਗੇ ਆ ਲੈਪਰੋਸਕੋਪਿਕ ਸਰਜਨ ਹੈਗੇ ਆ, ਜਿਹੜੇ ਸਪੈਸ਼ਲ ਹੈਗੇ ਇਸ ਬਿਮਾਰੀਆਂ ਦੇ ਜਿਹੜੇ ਸਰਜਰੀ ਕਰਕੇ ਜਿਹੜੇ ਹੈਗੇ ਆਪਰੇਟ ਕਰਦੇ ਆ। ਕੋਈ ਵੀ ਆਪਰੇਸ਼ਨ ਜਿਹੜਾ ਹੈਗਾ ਕੱਟਾਂ ਦੇ ਨਾਲ ਜਿਹੜਾ ਨਹੀਂ ਕੀਤਾ ਜਾਣਾ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਡਾਕਟਰ ਅਮਨਦੀਪ ਸਿੰਘ ਜੀ ਅਤੇ ਡਾਕਟਰ ਅਮਰਜੋਤ ਸਿੰਘ ਜੀ ਜਿਹੜੇ ਹੈਗੇ ਆ ਸੋਸ਼ਲ ਵਰਕ ਵੀ ਬਹੁਤ ਕਰਦੇ, ਜਿਹੜੇ ਆਮ ਤੌਰ 'ਤੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਈ ਵਾਰੀ ਕੈਂਪ ਵੀ ਲਗਾਏ ਜਾਂਦੇ ਆ, ਜਿਹੜੇ ਫ੍ਰੀ ਦਵਾ ਦਾਰੂ ਦੀ ਗੱਲ ਕਰਦੇ ਆ। ਅਤੇ ਖਾਸ ਕਰਕੇ ਲੋੜਵੰਦ ਪਰਿਵਾਰਾਂ ਨੂੰ ਜਿਹੜੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਰਹੀਆਂ ਹੈਗੀਆਂ। ਅਤੇ ਉਹਨਾਂ ਵੱਲੋਂ ਜਿਹੜੇ ਲੰਮੇ ਸਮੇਂ ਤੋਂ SGL ਹਸਪੀਟਲ ਮੁਸਤਫਾਬਾਦ ਸੁਭਾਨਪੁਰ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ, ਹੁਣ ਤੁਹਾਡੇ ਏਰੀਏ ਦੇ ਵਿੱਚ ਰਈਏ ਦੇ ਵਿੱਚ ਇਹ ਹਸਪੀਟਲ ਓਪਨ ਹੋ ਚੁੱਕਾ। ਇੱਥੇ ਕਿਹੜੀ ਸੇਵਾਵਾਂ ਰਹਿਣਗੀਆਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਇੱਥੇ ਜਨਰਲ ਅਤੇ ਦੂਰਬੀਨ ਨਾਲ ਆਪਰੇਸ਼ਨ ਕੀਤੇ ਜਾਣਗੇ, ਗੁਰਦੇ ਦੀ ਪੱਥਰੀ ਅਤੇ ਗਦੂਦ ਦੇ ਆਪਰੇਸ਼ਨ ਹੋਣਗੇ, ਮੈਡੀਸਨ ਇੱਥੇ ਅਵੇਲੇਬਲ ਰਹੇਗੀ, ਨੱਕ ਕੰਨ ਅਤੇ ਗਲੇ ਦੇ ਰੋਗਾਂ, ਚੈਸਟ ਦੇ ਰੋਗਾਂ, ਜਿਹੜੇ TB ਦੀ ਗੱਲ ਕਰਦੇ, ਹਰੇਕ ਤਰ੍ਹਾਂ ਦੇ ਰੋਗਾਂ ਦੇ ਇੱਥੇ ਬਿਮਾਰੀਆਂ ਦੇ ਇਲਾਜ ਹੋਣਗੇ। ਨਾਲ ਦੀ ਨਾਲ ਫਾਰਮੇਸੀ ਅਵੇਲੇਬਲ ਰਹੇਗੀ, ਆਪਰੇਸ਼ਨ ਥੀਏਟਰ ਇੱਥੇ ਰਹਿਣਗੇ। ਹਰੇਕ OPD ਏਰੀਆ ਦੇ ਵਿੱਚ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਹਰੇਕ ਤਰ੍ਹਾਂ ਦੀ ਸੁਵਿਧਾ ਇੱਥੇ ਜਿਹੜੀ ਪ੍ਰੋਵਾਈਡ ਹੋਊਗੀ। ਅਸੀਂ ਅੰਦਰ ਚੱਲ ਕੇ ਡਾਕਟਰ ਸਾਹਿਬਾਨਾਂ ਨਾਲ ਵੀ ਗੱਲਬਾਤ ਕਰਦੇ, ਉਹਨਾਂ ਤੋਂ ਵੀ ਜਾਣਕਾਰੀ ਲੈਂਦੇ ਹਾਂ ਕਿ ਇਸ ਏਰੀਆ ਦੇ ਵਿੱਚ ਕਿਹੜੀ ਫੈਸਿਲਿਟੀ ਜਿਹੜੀ ਅਵੇਲੇਬਲ ਰਹੇਗੀ ਪੇਸ਼ੈਂਟ ਵਾਸਤੇ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਸਾਰੀ ਜਾਣਕਾਰੀ A to Z ਜਿਹੜੀ ਉਹ ਪ੍ਰੋਵਾਈਡ ਕਰਾਵਾਂਗੇ। ਆਪਾਂ ਚੱਲਦੇ ਹਾਂ ਜੀ ਡਾਕਟਰ ਸਾਹਿਬਾਨਾਂ ਕੋਲ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਜਿਵੇਂ ਅਸੀਂ ਤੁਹਾਨੂੰ ਇੰਟਰੋਡਕਸ਼ਨ ਦੇ ਕੇ ਆਏ ਹਾਂ ਬਾਹਰ ਦੇ ਵਿੱਚ ਕਿ ਇਸ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਮਲਟੀ ਸਪੈਸ਼ਲਿਟੀ ਹਸਪੀਟਲ ਜਿਹੜਾ ਓਪਨ ਹੋਇਆ ਰਈਏ ਦੇ ਵਿੱਚ। ਆਪਾਂ ਗੱਲ ਕਰਦੇ ਹਾਂ ਕਿਉਂਕਿ ਇਸ ਏਰੀਏ ਦੇ ਖਾਸ ਕਰਕੇ ਬਹੁਤ ਘੱਟ ਅਜਿਹੇ ਡਾਕਟਰ ਸਨ ਜਿਹੜੇ ਇੱਥੇ ਇਸ ਤਰ੍ਹਾਂ ਦੇ ਟ੍ਰੀਟਮੈਂਟ ਕਰਦੇ ਸਨ। ਪਰ ਹੁਣ ਇਸ ਏਰੀਏ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੋਤ ਸਿੰਘ ਸਿੱਧੂ ਅਤੇ ਡਾਕਟਰ ਅਮਨਦੀਪ ਸਿੰਘ ਜੀ ਜਿਹੜੇ ਲੈਪਰੋਸਕੋਪਿਕ ਸਰਜਨ ਹੈਗੇ ਆ, ਜਿਹੜੇ ਲੰਬੇ ਸਮੇਂ ਤੋਂ SGL ਸੇਵਾਵਾਂ ਦੇ ਰਿਹਾ, ਗੁਰੂ ਰਾਮਦਾਸ ਹਸਪੀਟਲ ਸ਼ਹੀਦਾਂ ਜਿਹੜੇ ਸੇਵਾਵਾਂ ਦੇ ਰਿਹਾ। ਅਤੇ ਸਭ ਤੋਂ ਕਮਾਲ ਦੀ ਗੱਲ ਹੈਗੀ ਹੈ ਕਿ ਇਹ ਬਹੁਤ ਹੀ ਸੋਸ਼ਲ ਵਰਕ ਵੀ ਕਰਦੇ, ਕਈ ਥਾਂ 'ਤੇ ਕੈਂਪ ਜਿਹੜੇ ਫ੍ਰੀ ਲਗਾਏ ਜਾਂਦੇ ਆ ਲੋੜਵੰਦਾਂ ਵਾਸਤੇ। ਹੁਣ ਇਸ ਏਰੀਏ ਵਿੱਚ ਜਿਹੜਾ ਹਸਪੀਟਲ ਓਪਨ ਕੀਤਾ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ। ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਇਸ ਹਸਪੀਟਲ ਵਿੱਚ ਖਾਸ ਕੀ ਰਹੇਗਾ ਅਤੇ ਕਿਹੜੀ ਸਪੈਸ਼ਲਿਟੀ ਜਿਹੜੀ ਇਸ ਹਸਪੀਟਲ ਵਿੱਚ ਜਿਹੜੇ ਇਹ ਬਿਮਾਰਾਂ ਨੂੰ ਜਾਂ ਪੇਸ਼ੈਂਟ ਜਿਹੜੇ ਆਉਣਗੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਸਾਡੇ ਨਾਲ ਡਾਕਟਰ ਅਮਨਦੀਪ ਸਿੰਘ ਜੀ ਜਿਹੜੇ ਹੈਗੇ ਆ ਬੈਠੇ ਹੈਗੇ। ਅਸੀਂ ਡਾਕਟਰ ਸਾਹਿਬ ਤੁਹਾਡਾ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਡਾਕਟਰ ਸਾਹਿਬ ਪੁੱਛਣਾ ਚਾਹੁੰਦੇ ਹਾਂ ਕਿ ਇਸ ਏਰੀਏ ਦੇ ਵਿੱਚ, ਕਿਉਂਕਿ ਇਸ ਏਰੀਏ ਵਿੱਚ ਕੋਈ ਪਹਿਲਾਂ ਇੱਦਾਂ ਦਾ ਕੋਈ ਮਲਟੀ ਸਪੈਸ਼ਲਿਟੀ ਹਸਪੀਟਲ ਨਹੀਂ ਸੀ ਓਪਨ ਹੋਇਆ, ਪਰ ਇਸ ਵਾਰ ਤੁਸੀਂ ਪਹਿਲਾਂ ਐਸਾ ਕਦਮ ਚੁੱਕਿਆ ਹੈਗਾ ਕਿ ਇਸ ਏਰੀਏ 'ਚ ਹਸਪੀਟਲ ਓਪਨ ਕੀਤਾ ਹੈ। ਇਹਦਾ ਖਾਸ ਕਾਰਨ ਕਿ ਵਧੀਆ ਇਲਾਜ ਵਾਸਤੇ ਲੋਕਾਂ ਨੂੰ ਜ਼ਿਆਦਾ ਜਲੰਧਰ ਜਾਣਾ ਪੈ ਰਿਹਾ ਸੀਗਾ ਜਾਂ ਅੰਮ੍ਰਿਤਸਰ ਜਾਣਾ ਪੈ ਰਿਹਾ ਸੀਗਾ। ਅਤੇ ਇਸ ਚੀਜ਼ ਨੂੰ ਨਜ਼ਰ ਰੱਖਦੇ ਹੋਏ ਅਸੀਂ ਸੋਚਿਆ ਕਿ ਵਧੀਆ ਸੇਵਾਵਾਂ ਆਪਾਂ ਲੋਕਾਂ ਨੂੰ ਉਹਨਾਂ ਦੇ ਘਰ ਹੀ ਏਰੀਆ 'ਚ ਹੀ ਦਿੱਤੀਆਂ ਜਾਣ। ਅੱਗੇ ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਸੀ, ਖਾਣੇ ਦੀ ਦਿੱਕਤ ਆਉਂਦੀ ਪਈ ਸੀ, ਆਪਣਾ ਘਰ ਛੱਡ ਕੇ ਜਾਣਾ ਪੈਂਦਾ ਸੀਗਾ। ਅਤੇ ਸਾਰੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ, ਲੋਕਾਂ ਦੀ ਧਿਆਨ 'ਚ ਰੱਖਦੇ ਹੋਏ ਇਸ ਏਰੀਆ 'ਚ ਆਪਾਂ ਸੋਚਿਆ ਕਿ ਇਸ ਏਰੀਆ 'ਚ ਫੈਸਿਲਿਟੀਜ਼ ਦਿੱਤੀਆਂ ਜਾਣ। ਅਤੇ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਇਸ ਸਮੇਂ ਦੇ ਵਿੱਚ ਬਿਮਾਰੀਆਂ ਜਿੱਦਾਂ ਖਾਣ ਪੀਣ ਲੋਕਾਂ ਦਾ ਬਦਲਿਆ, ਅਤੇ ਬਿਮਾਰੀਆਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਹੁਣ ਪੈਦਾ ਹੋਈਆਂ। ਜਿਵੇਂ ਆਪਾਂ ਗੱਲ ਕਰਦੇ ਹਾਂ ਪਿੱਤੇ ਦੀ ਗੱਲ ਕਰਦੇ ਹਾਂ, ਬਵਾਸੀਰ ਦੀ ਗੱਲ ਕਰਦੇ ਹਾਂ, ਹੋਰ ਅਨੇਕਾਂ ਬਿਮਾਰੀਆਂ। ਅਤੇ ਇਸ ਹਸਪੀਟਲ ਦੇ ਵਿੱਚ ਕਿਹੜੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਕੀਤਾ ਜਾਣਾ ਹੈ? ਬੇਸਿਕਲੀ ਪੇਟ ਦੇ ਸਾਰੇ ਹੀ ਰੋਗ, ਜਿਵੇਂ ਪੇਟ ਦੇ ਜਿਵੇਂ ਲੋਕਾਂ ਨੂੰ ਖਾਣਾ ਨਹੀਂ ਪਚਣਾ, ਟੱਟੀਆਂ ਲੱਗ ਜਾਣੀਆਂ, ਬਵਾਸੀਰ ਦੇ ਮੌਕੇ, ਪਿੱਤੇ ਦੀ ਪੱਥਰੀ ਜਿਹੜਾ ਕਿ ਦੂਰਬੀਨ ਦੇ ਰਾਹੀਂ ਆਪਰੇਸ਼ਨ ਕੀਤੇ ਜਾਏਗਾ। ਦੂਜਾ ਬੱਚੇਦਾਨੀ ਦੀ ਰਸੌਲੀਆਂ, ਉਹ ਵੀ ਆਪਾਂ ਇਸ ਏਰੀਏ ਵਿੱਚ ਦੂਰਬੀਨ ਨਾਲ ਆਪਰੇਸ਼ਨ ਕੀਤਾ ਜਾਏਗਾ, ਜੋ ਕਿ ਸਿਰਫ ਅੰਮ੍ਰਿਤਸਰ ਜਾਂ ਜਲੰਧਰ ਦੇ ਸ਼ਹਿਰ ਵਿੱਚ ਹੀ ਹੁੰਦਾ ਸੀਗਾ। ਹੁਣ ਇੱਥੇ ਰਈਏ ਦੇ ਸ਼ਹਿਰ ਵਿੱਚ ਹੀ ਕੀਤਾ ਜਾਏਗਾ। ਡਾਕਟਰ ਸਾਹਿਬ, ਇਸ ਦੇ ਨਾਲ ਹੀ ਡਾਕਟਰ ਅਮਰਜੋਤ ਸਿੰਘ ਜੀ, ਅਸੀਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਹੈਗੇ ਹਾਂ ਕਿ ਜਿਵੇਂ ਮੈਂ ਦੱਸਿਆ ਕਿ ਪਿੱਤੇ ਦੀ ਪੱਥਰੀ ਦੀ ਗੱਲ ਕਰਦੇ ਹਾਂ ਜਾਂ ਬਵਾਸੀਰ ਦੀ ਗੱਲ ਕਰਦੇ ਹਾਂ, ਹੋਰ ਅਨੇਕਾਂ ਅਜਿਹੇ ਬਿਮਾਰੀਆਂ ਹੈਗੇ ਜਿਨ੍ਹਾਂ ਦਾ ਆਪਰੇਟ ਕਰਨਾ ਪੈਂਦਾ, ਕਿੰਨੇ ਟਾਂਕੇ ਲੱਗ ਜਾਂਦੇ ਆ, ਪੇਸ਼ੈਂਟ ਦੇ ਦਾਗ ਸਾਰੀ ਜ਼ਿੰਦਗੀ ਨਹੀਂ ਜਾਂਦਾ। ਅਤੇ ਜਿਵੇਂ ਤੁਸੀਂ ਇੱਥੇ ਲੈਪਰੋਸਕੋਪਿਕ ਸਰਜਨ ਦੇ ਤੌਰ 'ਤੇ ਵਰਕ ਕਰਦੇ ਆ, ਲੰਮੇ ਸਮੇਂ ਤੋਂ SGL ਦੀ ਗੱਲ ਕਰਨੀ, ਤਾਂ ਇੱਥੇ ਕੀ ਸਪੈਸ਼ਲ ਰਹੇਗਾ ਜੀ? ਇੱਥੇ ਜਿਹੜੀ ਸਾਡੀ ਸਪੈਸ਼ਲਿਟੀ ਹੈਗੀ ਹੈ ਜੀ, ਅਸੀਂ ਜਨਰਲ ਦੇ ਨਾਲ ਲੈਪਰੋਸਕੋਪਿਕ ਸਰਜਰੀ ਨੂੰ ਮੇਨ ਅਸੀਂ ਫੋਕਸ 'ਚ ਰੱਖਿਆ ਹੋਇਆ। ਲੈਪਰੋਸਕੋਪਿਕ ਦਾ ਮਤਲਬ ਇਹ ਜਿਹੜੀ ਦੂਰਬੀਨ ਦੇ ਨਾਲ ਆਪਰੇਸ਼ਨ ਹੁੰਦੇ ਆ, ਅਤੇ ਦੂਰਬੀਨ ਦੇ ਨਾਲ ਇਹਨੂੰ ਮਿਨੀਮਲ ਇਨਵੇਸਿਵ ਸਰਜਰੀ ਦੇ ਨਾਮ ਦੇ ਅੱਜ ਕੱਲ੍ਹ ਜਾਣਿਆ ਜਾਂਦਾ। ਵੀ ਕੋਈ ਵੀ ਸਰਜਰੀ ਹੈ ਜਿਹੜੀ ਕਿ ਕੋਸ਼ਿਸ਼ ਕਰੀਦੀ ਹੈ ਵੀ ਵੱਧ ਤੋਂ ਵੱਧ ਅਸੀਂ ਦੂਰਬੀਨ ਨਾਲ ਮਿਨੀਮਲ ਜਿਹੜਾ ਟਾਂਕੇ ਲੱਗਣ, ਮਿਨੀਮਲ ਚੀਰੇ ਦੇ ਨਾਲ ਇਹ ਆਪਰੇਸ਼ਨ ਸੰਭਵ ਹੋ ਸਕੇ, ਜਿਹਦੇ ਨਾਲ ਕਿ ਪੇਸ਼ੈਂਟ ਦੀ ਰਿਕਵਰੀ ਬੈਟਰ ਹੁੰਦੀ ਹੈ। ਆਪਰੇਸ਼ਨ ਤੋਂ ਬਾਅਦ ਜਿਹੜਾ ਕੀ ਆ ਹਸਪੀਟਲ ਸਟੇ ਜਿਹੜਾ ਟਾਈਮ ਹੁੰਦਾ ਉਹ ਘੱਟ ਜਾਂਦਾ ਅਤੇ ਮਰੀਜ਼ ਛੇਤੀ ਤੰਦਰੁਸਤ ਹੋ ਕੇ ਘਰੇ ਜਾ ਸਕਦਾ।
ਇਸ ਦੇ ਵਿੱਚ ਜਿਵੇਂ ਅਸੀਂ ਪਿੱਤੇ ਦਾ ਆਪਰੇਸ਼ਨ ਤਾਂ ਹੋ ਹੀ ਰਿਹਾ, ਪਿੱਤੇ ਦੇ ਨਾਲ ਅਸੀਂ ਜਿਹੜੀ ਐਡਵਾਂਸ ਸਰਜਰੀਆਂ ਇਹਦੇ ਵਿੱਚ ਐਡ ਕਰ ਰਹੇ ਹਾਂ, ਜਿਹੜੇ ਕਿ ਹਰਨੀਆਸ ਦੇ ਆਪਰੇਸ਼ਨ ਆ ਉਹ ਦੂਰਬੀਨ ਦੇ ਨਾਲ ਕੀਤੇ ਜਾਣਗੇ ਇੱਥੇ। ਅਤੇ ਬੱਚੇਦਾਨੀ ਦਾ ਆਪਰੇਸ਼ਨ, ਆਂਡੇਦਾਨੀ ਦੇ ਵਿੱਚ ਕੋਈ ਰਸੌਲੀ ਹੁੰਦੀ ਆ ਉਹ ਅਸੀਂ ਦੂਰਬੀਨ ਦੇ ਨਾਲ ਇੱਥੇ ਕਰਾਂਗੇ। ਨਾਲ ਕੋਈ ਬਵਾਸੀਰ ਦਾ ਲੇਟੈਸਟ ਟੈਕਨੀਕ ਦੇ ਨਾਲ ਦੂਰਬੀਨ ਨਹੀਂ, ਉਹ ਸਟੈਪਲਰ ਦੇ ਨਾਲ ਕੀਤੀ ਜਾਂਦੀ ਹੈ, ਲੇਟੈਸਟ ਟੈਕਨੀਕ ਆ, ਉਹ ਅਸੀਂ ਇੱਥੇ ਸ਼ੁਰੂਆਤ ਕਰਾਂਗੇ ਜੀ। ਜਿਵੇਂ ਆਪਾਂ ਗੱਲ ਕਰਦੇ ਮਲਟੀ ਸਪੈਸ਼ਲਿਟੀ ਹਸਪੀਟਲ ਹੈਗਾ ਹੈ, ਅਤੇ ਕਈ ਵਾਰੀ ਹੁੰਦਾ ਕਿ ਇਹ ਏਰੀਏ ਦੇ ਵਿੱਚ, ਜਿੱਥੇ ਆਪਾਂ ਕਹਿ ਸਕਦੇ ਅੰਮ੍ਰਿਤਸਰ ਵੀ ਕਾਫੀ ਦੂਰ ਹੈਗਾ, ਜਲੰਧਰ ਵੀ ਕਾਫੀ ਦੂਰ ਆ, ਪਰ ਇਸ ਏਰੀਏ 'ਚ ਪਹਿਲਾ ਹਸਪੀਟਲ ਹੈਗਾ। ਇੱਥੇ ਜਦੋਂ ਆਪਾਂ ਕੋਈ ਪੇਸ਼ੈਂਟ ਆਉਂਦਾ ਆ ਅਤੇ ਸਾਨੂੰ ਵੀ ਕੋਈ ਸਰਜਨ ਜਾਂ ਕੋਈ ਡਾਕਟਰ ਬਾਹਰੋਂ ਬੁਲਾਉਣਾ ਪੈਣਗੇ ਕਿ ਸਾਰੇ ਟਰੀਟਮੈਂਟ ਤੁਸੀਂ ਆਪ ਕਰਨੇ ਹੈਗੇ ਇੱਥੇ? ਸਰਜਨ ਦੇਖੋ ਜੀ, ਇਸ ਹਸਪੀਟਲ ਦੇ ਵਿੱਚ 2 ਲੈਪਰੋਸਕੋਪਿਕ ਸਰਜਨ ਹੈਗੇ ਆ ਜੀ, ਅਤੇ ਡਾਕਟਰ ਅਮਨਦੀਪ ਮੇਰੇ ਨਾਲ ਹੈਗੇ ਆ, ਅਤੇ ਅਸੀਂ 2 ਸਰਜਨ ਅਵੇਲੇਬਲ ਰਵਾਂਗੇ ਜੀ 24 ਘੰਟੇ। ਅਤੇ ਹਸਪੀਟਲ ਦੇ ਵਿੱਚ ਦੂਰਬੀਨ ਵਾਸਤੇ ਜਾਂ ਹੋਰ ਕਿਸੇ ਵੀ ਆਪਰੇਸ਼ਨ ਵਾਸਤੇ ਸਾਨੂੰ ਬਾਹਰੋਂ ਨਹੀਂ ਬੁਲਾਉਣਾ ਪਊਗਾ। ਹੱਡੀਆਂ ਦਾ ਇਸ ਹਸਪੀਟਲ ਦੇ ਵਿੱਚ ਕੋਈ ਜੋੜਾਂ ਦਾ ਜਾਂ ਜਿਹੜੇ ਜੁਆਇੰਟ ਕੋਈ ਰਿਪਲੇਸਮੈਂਟ, ਕੱਲ੍ਹ ਨੂੰ ਕੋਈ ਨੀਜ਼ ਦੇ ਵਿੱਚ ਕੋਈ ਪ੍ਰੋਬਲਮਸ ਆ ਜਾਂਦੀਆਂ, ਉਹ ਇੱਥੇ ਸਾਰਾ ਸੰਭਵ ਹੈਗਾ। ਅਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਜਿਹੜੀ ਫੈਸਿਲਿਟੀਜ਼ ਅਸੀਂ, ਸਾਡੀ ਕੋਸ਼ਿਸ਼ ਹੋਊਗੀ ਜਿਹੜੀਆਂ ਜਲੰਧਰ ਅਤੇ ਅੰਮ੍ਰਿਤਸਰ ਮਿਲਦੀਆਂ ਇੱਥੇ ਸਭ ਇੱਥੇ ਮਿਲਣ। ਇਸ ਦੇ ਨਾਲ ਹੀ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੈਗੇ ਕਿ ਇਹ ਮਲਟੀ ਸਪੈਸ਼ਲਿਟੀ ਹਸਪੀਟਲ ਹੈਗਾ ਆ, ਜਿੱਥੇ ਹਰੇਕ ਤਰ੍ਹਾਂ ਦਾ ਬਿਮਾਰੀ ਦਾ ਇਲਾਜ ਕੀਤਾ ਜਾਣਾ ਹੈ। ਸਭ ਤੋਂ ਵੱਡੀ ਗੱਲ ਹੈ ਕਿ 24/7 ਤੁਹਾਨੂੰ ਫੈਸਿਲਿਟੀ ਇੱਥੇ ਅਵੇਲੇਬਲ ਹੋਣੀ ਆ, ਫੁੱਲੀ ਟਰੀਟਮੈਂਟ ਇੱਥੇ ਕੀਤਾ ਜਾਣਾ ਹੈਗਾ ਡਾਕਟਰ ਸਾਹਿਬ। ਇਸ ਦੇ ਨਾਲ ਹੀ ਅਸੀਂ ਕੁਝ ਅਜਿਹੇ ਰੋਗਾਂ ਬਾਰੇ ਵੀ ਪੁੱਛਾਂਗੇ ਕਿਉਂਕਿ ਜਿਹੜੀਆਂ ਬਿਮਾਰੀਆਂ ਅੱਜ ਦੇ ਟਾਈਮ 'ਚ ਜ਼ਿਆਦਾ ਫੈਲ ਰਹੀਆਂ। ਡਾਕਟਰ ਸਾਹਿਬ, ਅਸੀਂ ਇਹ ਜਾਣਨਾ ਚਾਹੁੰਦੇ ਕਿ ਅੱਜ ਦੇ ਟਾਈਮ 'ਤੇ ਡੇਂਗੂ ਬੁਖਾਰ ਬਹੁਤ ਜ਼ਿਆਦਾ ਫੈਲ ਰਿਹਾ, ਅਤੇ ਉਹਦੇ ਵਾਸਤੇ ਇੱਥੇ ਕੀ ਸਪੈਸ਼ਲ ਰਹੇਗਾ ਜੀ? ਦੇਖੋ, ਡੇਂਗੂ ਬੁਖਾਰ ਇੱਕ ਤਰ੍ਹਾਂ ਦਾ ਆਮ ਵਾਇਰਸ ਬੁਖਾਰ ਹੈਗਾ, ਵਾਇਰਲ ਨਾ ਹੋਣ ਵਾਲਾ ਇੱਕ ਬੁਖਾਰ ਹੈਗਾ। ਪ੍ਰੋਬਲਮ ਇਹਦੇ 'ਚ ਉਦੋਂ ਆਉਂਦੀ ਹੈ ਜਦੋਂ ਇਹਨੂੰ ਡਾਇਗਨੋਸ ਲੇਟ ਹੋ ਜਾਂਦਾ ਜਾਂ ਜਦੋਂ ਇਹਦੇ ਸੈੱਲ ਘੱਟ ਜਾਂਦੇ ਆ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਡਾਇਗਨੋਸਟਿਕਸ ਦੇ ਵਿੱਚ ਇੱਥੇ ਸਾਡੇ ਕੋਲ ਇਨ ਹਾਊਸ ਸਾਡੇ ਕੋਲ ਲੈਬੋਰਟਰੀ ਹੈਗੀ ਹੈ, ਅਤੇ ਉਹਦੇ 'ਚ ਕੋਈ ਟੈਸਟ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਇਨਵੈਸਟੀਗੇਟ ਹੋ ਸਕਦਾ। ਐਕਸਰੇ ਅੰਦਰ ਹੋ ਜਾਇਆ ਕਰਨੇ ਆ, ਪੇਸ਼ੈਂਟ ਇਨਵੈਸਟੀਗੇਟ ਹੋ ਕੇ ਸਾਡੇ ਕੋਲ ਇਨ ਹਾਊਸ ਫਿਜ਼ੀਸ਼ੀਅਨ ਹੈਗੇ ਆ, ਅਤੇ ਉਹ ਜਿਹੜੇ ਕਿ ਡੇਂਗੂ ਦੇ ਮਰੀਜ਼ਾਂ ਨੂੰ ਚੰਗੀ ਤਰ੍ਹਾਂ ਸਾਂਭ ਸੰਭਾਲ ਕਰ ਸਕਦੇ। ਠੀਕ ਹੈ ਡਾਕਟਰ ਸਾਹਿਬ, ਇਸ ਦੇ ਨਾਲ ਜਿੱਦਾਂ ਕਹਿੰਦੇ ਆਪਾਂ ਜ਼ਿਆਦਾ ਉੱਚਾ ਸੁਣ ਕਰਕੇ, ਕਈ ਵਾਰੀ ਖਾਣ ਪੀਣ ਕਰਕੇ ਵੀ ਸਾਡੇ ENT ਦੀ ਕਈ ਪ੍ਰੋਬਲਮ ਆ ਜਾਂਦੀਆਂ, ਕਈ ਰੋਗ ਜਿਹੜੇ ਫੈਲਦੇ ਹੈਗੇ ਆ, ਅਤੇ ਉਹਦੇ ਵਾਸਤੇ ਜਿਹੜਾ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਟਰੀਟਮੈਂਟ ਕੀਤਾ ਜਾਂਦਾ ਅਤੇ ਕਿਹੜੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ? ਇਹ ਸਰਜਰੀ ਅਸੀਂ ਜ਼ਿਆਦਾਤਰ ਆਲਮੋਸਟ, ਜਿਵੇਂ ਸਰਜਰੀ ਅਸੀਂ ਇਸ ਹਸਪੀਟਲ ਦੇ ਵਿੱਚ ਸਾਡੀ ਕੋਸ਼ਿਸ਼ ਆ ਵੀ ਹਰ ਤਰ੍ਹਾਂ ਦਾ ਫੀਲਡ ਕਵਰ ਕੀਤਾ ਜਾਵੇ। ਉਹਦੇ 'ਚ ਜਿਵੇਂ ਤੁਹਾਨੂੰ ਮੈਂ ਜਨਰਲ ਸਰਜਰੀ, ਲੈਪਰੋਸਕੋਪਿਕ ਸਰਜਰੀ ਦੱਸ ਚੁੱਕਾ, ਪਹਿਲਾਂ ਗਾਇਨੀ ਸਰਜਰੀਜ਼ ਦਾ ਦੱਸ ਚੁੱਕਾ, ਆਰਥੋਪੈਡਿਕਸ ਹੱਡੀਆਂ ਦਾ ਦੱਸ ਚੁੱਕਾ ਜੀ। ਇਹਦੇ ਨਾਲ ਕੰਨ ਨੱਕ ਗਲੇ ਵਾਲੇ ਡਾਕਟਰ ਸਾਡੇ ਕੋਲੇ ਉਹ ਵੀ ਅਵੇਲੇਬਲ ਹੋਣਗੇ। ਕੋਈ ਵੀ ਕੰਨ ਨੱਕ ਗਲੇ ਦੀ ਕੋਈ ਤਕਲੀਫ ਹੁੰਦੀ ਹੈ ਤਾਂ ਉਹਨਾਂ ਦੁਆਰਾ, ਸਪੈਸ਼ਲਿਸਟ ਦੁਆਰਾ ਉਹ ਦੇਖ ਕੇ ਤੇ ਟਰੀਟ ਕੀਤੇ ਜਾਣਗੇ ਜੀ। ਕਿਉਂਕਿ ਜਿਸ ਤਰੀਕੇ ਨਾਲ ਏਜ ਵੱਧਦੀ ਹੈ ਜਾਂ ਕਈ ਵਾਰ ਖਾਣ ਪੀਣ ਦੇ ਨਾਲ ਸਾਡੇ ਕਈ ਵਾਰ ਕੰਨ ਦਾ, ਨੱਕ ਦਾ ਜਾਂ ਗਲੇ ਦਾ ਜਿਹੜੇ ਰੋਗ ਪੈਦਾ ਹੋ ਜਾਂਦੇ, ਉਹਦੇ ਵਾਸਤੇ ਵੀ ਇੱਥੇ ਸਪੈਸ਼ਲਿਸਟ ਡਾਕਟਰ ਜਿਹੜੇ ਮੌਜੂਦ ਰਹਿਣਗੇ। ਦਰਸ਼ਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਆ ਰੋਗ ਦਾ ਇਲਾਜ ਇੱਥੋਂ ਕਰਵਾ ਸਕਦੇ। ਇਸ ਦੇ ਨਾਲ ਹੀ ਅਸੀਂ ਐਸਥੈਟਿਕਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ, ਕਿਉਂਕਿ ਅੱਜ ਦੇ ਟਾਈਮ 'ਤੇ ਕਾਫੀ ਟਰੈਂਡ ਹੋ ਚੁੱਕਾ ਹੈ ਇਸ ਚੀਜ਼ ਦਾ। ਅਤੇ ਜਾਂ ਕਈ ਦੁੱਖ ਰੋਗ ਦੀ ਗੱਲ ਕਰਦੇ, ਪਿੰਪਲ ਬਹੁਤ ਨਿਕਲ ਜਾਂਦੇ ਕਈ ਵਾਰੀ ਹੈ ਨਾ ਫੇਸ ਦੇ ਉੱਤੇ, ਅਤੇ ਉਸ ਦੇ ਵਿੱਚ ਜਿਹੜਾ ਹੈਗਾ ਇੱਥੇ ਕੀ ਅਵੇਲੇਬਲ ਰਹੇਗਾ ਜੀ? ਐਸਥੈਟਿਕਸ ਜੀ ਬੇਸਿਕਲੀ ਵੱਡੇ ਸ਼ਹਿਰਾਂ ਦਾ ਹਜੇ ਇੱਕ ਬ੍ਰਾਂਚ ਹੈਗੀ ਆ, ਚੰਡੀਗੜ੍ਹ, ਆਪਣੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੱਕ ਆ ਗਈ ਹੈ। ਐਸਥੈਟਿਕਸ ਦਾ ਮਤਲਬ ਇਹ ਆ ਵੀ ਕਾਸਮੈਟਿਕ ਸਰਜਰੀ, ਬੇਸਿਕਲੀ ਕਾਸਮੈਸਿਸ ਦੇ ਨਾਲ ਹੁੰਦਾ, ਤੁਹਾਡੀ ਆਊਟਲੁੱਕ ਇੰਪਰੂਵ ਕਰਨ ਵਾਸਤੇ। ਸੋ ਕਈ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਆਊਟਲੁੱਕ ਇੰਪਰੂਵ ਕਰਨ ਵਾਸਤੇ, ਜਿਵੇਂ ਕਿ ਕੋਈ ਕਿਸੇ ਦਾ ਜਬਾੜਾ, ਉਹਨੂੰ ਬੇਸਿਕਲੀ ਜੌ ਆਗਮੈਂਟੇਸ਼ਨ ਕਹਿੰਦੇ ਆ। ਜਬਾੜੇ ਦਾ ਕਿਸੇ ਦੇ ਅਲਾਈਨਮੈਂਟ ਜਾਂ ਜਿਹੜਾ ਥੋੜ੍ਹਾ ਚੌੜਾ ਹੋਵੇ ਅਤੇ ਉਹਨੂੰ ਠੀਕ ਕੀਤਾ ਜਾਂਦਾ। ਪਲੱਸ ਕੋਈ ਲਿਪਸ ਦੀ ਰੀਕਨਸਟਰਕਸ਼ਨਸ ਹੁੰਦੀਆਂ, ਲਿਪਸ ਜਿਨ੍ਹਾਂ ਦੇ ਕੋਈ ਬਹੁਤ ਜ਼ਿਆਦਾ ਅੰਦਰ ਨੂੰ ਆ ਜਾਂ ਕੁਛ, ਉਹਨਾਂ ਨੂੰ ਅਸੀਂ ਪ੍ਰੋਪਰ ਅਲਾਈਨ ਕੀਤਾ ਜਾਂਦਾ। ਪਲੱਸ ਕਿਵੇਂ ਕਈਆਂ ਨੂੰ ਹੁੰਦਾ ਅੱਜ ਕੱਲ੍ਹ ਡਿੰਪਲਸ ਵਗੈਰਾ, ਉਹ ਸਰਜਰੀ ਦੇ ਨਾਲ ਇੱਥੇ ਗੱਲਾਂ ਦੇ ਵਿੱਚ ਡਿੰਪਲ ਵੀ ਪਾਏ ਜਾ ਸਕਦੇ ਆ। ਅਤੇ ਡਾਕਟਰ ਸਾਹਿਬ, ਕਿਤੇ ਨਾ ਕਿਤੇ ਇਹ ਸਿਹਤ ਜਦੋਂ ਆਪਾਂ ਇਸ ਤਰ੍ਹਾਂ ਦੇ ਆਪਰੇਟ ਕਰਾਉਂਦੇ ਹਾਂ ਜਾਂ ਸਰਜਰੀ ਕਰਾਉਂਦੇ ਹਾਂ, ਅਤੇ ਇਹ ਸੇਫ ਹੁੰਦੇ ਬਿਲਕੁਲ? ਹਾਂਜੀ, ਬੇਸਿਕਲੀ ਇਹ ਦੇਖੋ ਕਾਸਮੈਟਿਕ ਸਰਜਰੀ ਹੈ, ਇਹ 'ਚ ਅੱਜ ਕੱਲ੍ਹ ਹੁਣ ਐਂਟੀ ਏਜਿੰਗ ਵੀ ਇਹਨੂੰ ਕਹਿ ਦਿੰਦੇ ਆ। ਛੋਟੇ ਜਿਹੇ ਇੰਜੈਕਸ਼ਨਸ, ਫਿਲਰਸ ਹੁੰਦੇ ਆ ਜਿਹੜੇ ਕਿ ਲੋਕਲ ਉਸ ਏਰੀਆ ਦੇ ਵਿੱਚ ਇੰਜੈਕਟ ਕੀਤੇ ਜਾਂਦੇ ਆ। ਬੜੀ ਲਿਮਿਟਿਡ ਕੁਆਂਟਿਟੀ ਦੇ ਵਿੱਚ ਪੂਰਾ ਕੈਲਕੂਲੇਟਰ ਕਰਕੇ ਉਸ ਕੁਆਂਟਿਟੀ ਦੇ ਵਿੱਚ ਉਹ ਇੰਜੈਕਟ ਕੀਤੇ ਜਾਂਦੇ ਆ। ਐਂਟੀ ਏਜਿੰਗ ਵੀ, ਬੁਟੌਕਸ ਵਗੈਰਾ ਵੀ ਉਹ ਪੂਰਾ ਕੈਲਕੂਲੇਟਡ ਲਾਏ ਜਾਂਦੇ ਆ, ਜਿਹਦੇ ਨਾਲ ਕੋਈ ਰਿੰਕਲਸ ਵਗੈਰਾ ਜਾਂ ਜਿਹੜੀ ਲਿਪਸ ਦੀਆਂ ਪ੍ਰੋਪਰ ਸੇਫ ਤਰੀਕੇ ਨਾਲ ਅਸੀਂ ਮੇਨਟੇਨ ਕੀਤੇ। ਹਾਂਜੀ, ਇਸ ਦੇ ਨਾਲ ਹੀ ਅਸੀਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪਿਸ਼ਾਬ ਦੇ ਰੋਗ ਆ, ਕਈ ਵਾਰੀ ਕੋਈ ਪਿਸ਼ਾਬ ਕਰਦਾ ਲੱਗ ਕੇ ਆਉਂਦਾ ਆ, ਜਾਂ ਕਈ ਵਾਰੀ ਘੱਟ ਆਉਂਦਾ ਜਾਂ ਵੱਧ ਆਉਂਦਾ, ਇਹਨਾਂ ਦਾ ਪਿਸ਼ਾਬ ਬਾਰ-ਬਾਰ ਆਉਂਦਾ, ਰਾਤ ਨੂੰ ਬਾਰ-ਬਾਰ ਉੱਠਣਾ ਪੈਂਦਾ, ਗਦੂਦਾਂ ਵੱਧ ਜਾਣੀਆਂ, ਮਸਾਣੇ 'ਚ ਪੱਥਰੀ ਆ ਜਾਂਦੀ ਹੈ, ਜਾਂ ਗੁਰਦਿਆਂ ਦੀ ਪੱਥਰੀ ਬੜੀ ਆਮ ਸਮੱਸਿਆ ਹੈ।
ਜੋ ਕਿ ਬੇਸਿਕਲੀ ਲੋਕਾਂ ਨੂੰ ਅੰਮ੍ਰਿਤਸਰ ਹੀ ਜਾਣਾ ਪੈਂਦਾ ਸੀ ਜਾਂ ਜਲੰਧਰ 'ਚ ਜਾਣਾ ਪੈਂਦਾ ਸੀ, ਉਹ ਆਪਾਂ ਇੱਥੇ ਇਨ ਹਾਊਸ ਹੀ ਸਾਡੇ ਕੋਲ ਸਰਜਨ ਹੈ ਔਰ 24 ਘੰਟੇ ਫੈਸਿਲਿਟੀਜ਼ ਅਵੇਲੇਬਲ। ਕਿਸੇ ਦਾ ਕੋਈ ਪਿਸ਼ਾਬ ਰੁਕ ਜਾਂਦਾ ਹੈ, ਕੋਈ ਪੱਥਰੀ ਦਾ ਆਪਰੇਸ਼ਨ ਕਰਾਉਣਾ ਹੈ, ਗੁਰਦੇ ਦੀ ਗਦੂਦਾਂ ਦਾ ਆਪਰੇਸ਼ਨ ਕਰਾਉਣਾ, ਸਾਰਾ ਇੱਥੇ ਹੋ ਜਾਏਗਾ। ਲੋਕਾਂ ਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਣੀ। ਠੀਕ ਹੈ ਜੀ। ਜੋ ਵੀ ਉਹ ਵੀ ਲੈਪਰੋਸਕੋਪਿਕ ਦੇ ਰਾਹੀਂ ਹੀ ਹੋਏਗਾ, ਕੋਈ ਵੱਡਾ ਚੀਰਾ ਨਹੀਂ, ਕੁਝ ਨਹੀਂ, ਅਗਲੇ ਦਿਨ ਹੀ ਛੁੱਟੀ ਦਿੱਤੀ ਜਾਂਦੀ ਮਰੀਜ਼ ਨੂੰ। ਠੀਕ ਹੈ ਜੀ। ਇਸ ਦੇ ਨਾਲ ਹੀ ਅਸੀਂ ਇਹ ਲਾਸਟ ਦੇ ਸਵਾਲ ਜ਼ਰੂਰ ਪੁੱਛਣਾ ਚਾਹੁੰਦੇ ਕਿ ਤੁਸੀਂ ਇਸ ਏਰੀਏ ਦੇ ਲੋਕਾਂ ਨੂੰ, ਕਿਉਂਕਿ ਜਿਹੜੇ ਬੜੇ ਪਰੇਸ਼ਾਨ, ਕਈ ਵਾਰੀ ਹਾਲਾਤ ਇੱਦਾਂ ਦੇ ਆਉਂਦੇ ਸੀ ਜਲੰਧਰ ਜਾਂ ਅੰਮ੍ਰਿਤਸਰ ਜਾਣ ਲੱਗੇ ਕਿ ਇਹਨੂੰ ਪੇਸ਼ੈਂਟ ਜ਼ਿਆਦਾ ਸੀਰੀਅਸ ਹੈਗਾ ਆ ਤੇ ਰੱਬ ਨਾ ਕਰੇ ਕਿਸੇ ਦੇ ਘਰ ਦਾ ਕੋਈ ਦੁੱਖ ਰੋਗ ਬਣੇ ਤੇ ਹੈ ਨਾ ਕੋਈ ਪਰਿਵਾਰਕ ਦਾ ਮੈਂਬਰ ਜਿਹੜਾ ਚਲਾ ਜਾਂਦਾ ਆ, ਪਰ ਜਦੋਂ ਇੱਥੇ ਹਸਪੀਟਲ ਦੇ ਵਿੱਚ ਤੁਸੀਂ ਸਾਰੀਆਂ ਫੈਸਿਲਿਟੀਆਂ ਦੇ ਰਹੇ ਆ ਤਾਂ ਤੁਸੀਂ ਇਸ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਲਾਸਟ 'ਤੇ? ਇਹੀ ਸੰਦੇਸ਼ ਹੋਏਗਾ ਕਿ ਜਲਦੀ ਤੋਂ ਜਲਦੀ ਆਪਣਾ ਜੋ ਵੀ ਕੋਈ ਸਮੱਸਿਆ ਆਉਂਦੀ ਹੈ ਉਸ ਦਾ ਜਲਦੀ ਤੋਂ ਜਲਦੀ ਡਾਇਗਨੋਸ ਕਰਾਓ ਤੇ ਇਲਾਜ ਕਰਾਓ। ਬਿਮਾਰੀ ਤਾਂ ਹੀ ਫੈਲਦੀ ਜੇ ਟਾਈਮ ਨਾਲ ਇਲਾਜ ਨਹੀਂ ਹੁੰਦਾ ਜਾਂ ਡਾਇਗਨੋਸ ਨਹੀਂ ਕੀਤਾ ਜਾਂਦਾ। ਟਾਈਮਲੀ ਡਾਇਗਨੋਸ ਕਰਨਾ ਸਭ ਤੋਂ ਇੰਪੋਰਟੈਂਟ ਹੈ। ਠੀਕ ਹੈ ਜੀ। ਇਸ ਨਾਲ ਹੀ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਤੁਹਾਡੇ ਏਰੀਏ ਵਿੱਚ ਸਭ ਤੋਂ ਪਹਿਲਾ ਹਸਪੀਟਲ ਹੈਗਾ ਆ ਜਿਹੜਾ ਮਲਟੀ ਸਪੈਸ਼ਲਿਟੀ ਹਸਪੀਟਲ ਹੈਗਾ, ਜਿੱਥੇ ਹਰੇਕ ਤਰ੍ਹਾਂ ਦੇ ਦੁੱਖਾਂ ਰੋਗਾਂ ਦਾ ਜਿਹੜਾ ਇਲਾਜ ਤੁਹਾਡਾ ਕੀਤਾ ਜਾਣਾ। ਪ੍ਰੋਫੈਸ਼ਨਲ ਸਰਜਨ ਜਿਹੜੇ ਇੱਥੇ ਮੌਜੂਦ ਰਹਿਣਗੇ 24/7। ਤੁਸੀਂ ਜਦੋਂ ਮਰਜ਼ੀ ਆਣ ਕੇ ਇੱਥੇ ਟ੍ਰੀਟਮੈਂਟ ਕਰਵਾ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਡਾਕਟਰ ਸੋਫੀਆ ਜੀ ਤੇ ਡਾਕਟਰ ਅਨਮੋਲ ਜੀ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਜਿਹੜੇ ਛਾਤੀ ਦੇ ਰੋਗ ਹੈਗੇ ਆ ਉਹਨਾਂ ਦੇ ਕੀ ਕਾਰਨ ਨੇ ਤੇ ਉਹਨਾਂ ਵਾਸਤੇ ਇੱਥੇ ਕੀ ਫੈਸਿਲਿਟੀਆਂ ਜਿਹੜੀਆਂ ਅਵੇਲੇਬਲ ਹੈਗੀਆਂ। ਇਸ ਦੇ ਨਾਲ ਹੀ ਅਸੀਂ ਡਾਕਟਰ ਸਾਹਿਬਾਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਮਿਲਦੇ ਹਾਂ। ਹਾਂਜੀ ਦੋਸਤੋ, ਸਾਡੇ ਨਾਲ ਮੌਜੂਦ ਹੈ ਡਾਕਟਰ ਅਨਮੋਲ ਕੌਰ ਜੀ, ਚੈਸਟ ਫਿਜ਼ੀਸ਼ੀਅਨ, ਅਤੇ ਡਾਕਟਰ ਸੋਫੀਆ ਜੀ ਜਿਹੜੀ ਇੱਥੇ ਐਡਮਿਨਿਸਟ੍ਰੇਟਰ ਹੈਗੇ ਆ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਡਾਕਟਰ ਅਨਮੋਲ ਜੀ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰਦੇ ਲਗਾਤਾਰ 2020 ਜਦੋਂ ਤੋਂ ਕੋਵਿਡ-19 ਆਇਆ ਉਦੋਂ ਤੋਂ ਲੋਕਾਂ ਨੇ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਖਾਸ ਕਰਕੇ ਛਾਤੀ ਦੇ ਰੋਗਾਂ ਕਰਕੇ, ਕਿਉਂਕਿ ਸਾਹ ਦੀਆਂ ਪ੍ਰੋਬਲਮਾਂ ਖਾਸ ਕਰਕੇ ਆਉਂਦੀਆਂ ਸੀ ਕੋਵਿਡ ਦੇ ਵਿੱਚ। ਤੇ ਇਸ ਏਰੀਏ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਕੋਈ ਵੀ ਇੱਦਾਂ ਦਾ ਸਪੈਸ਼ਲ ਡਾਕਟਰ ਨਹੀਂ ਸੀ ਹੈਗਾ ਜਿਹੜਾ ਇਸ ਛਾਤੀ ਦੇ ਰੋਗਾਂ ਵਾਸਤੇ ਮਾਹਰ ਹੋਵੇ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਾਂ ਨੂੰ ਖਾਸ ਕਰਕੇ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ ਜਾਂ ਚੰਡੀਗੜ੍ਹ ਜਾਂ ਲੁਧਿਆਣੇ ਜਾਂ ਜਲੰਧਰ ਜਾਣਾ ਪੈਂਦਾ ਸੀਗਾ, ਪਰ ਹੁਣ ਤੁਹਾਡੇ ਏਰੀਏ ਦੇ ਵਿੱਚ ਡਾਕਟਰ ਅਨਮੋਲ ਜਿਹੜੇ ਚੈਸਟ ਫਿਜ਼ੀਸ਼ੀਅਨ ਹੈਗੇ ਆ ਉਹ ਸਪੈਸ਼ਲੀ ਇੱਥੇ ਪਹੁੰਚੇ ਹੈਗੇ ਆ ਤੇ ਇਹਨਾਂ ਵੱਲੋਂ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਣੀ ਹੈ। ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਲਗਾਤਾਰ ਪਿਛਲੇ 1.5-2 ਸਾਲ ਤੋਂ ਲੋਕੀ ਜਿਹੜੇ ਆ ਪਰੇਸ਼ਾਨ ਹੁੰਦੇ ਰਹੇ ਆ ਕੋਵਿਡ-19 ਦੇ ਵਿੱਚ ਛਾਤੀ ਦੇ ਰੋਗਾਂ ਕਰਕੇ, ਜਾਂ ਦਮੇ ਦੀ ਗੱਲ ਕਰ ਲੈਂਦੇ ਉਹ ਨੋਰਮਲੀ ਦਮਾ ਤੇ ਹਰੇਕ ਘਰ ਦੇ ਵਿੱਚ ਆਪਾਂ ਦੇਖਦੇ ਹਾਂ ਪੰਜਾਬ ਦੇ ਖਾਸ ਕਰਕੇ 2-3 ਘਰ ਛੱਡ ਕੇ ਹੁੰਦਾ ਹੀ ਆ ਸਾਹ ਦੇ ਰੋਗ। ਤੇ ਇਹਦੇ ਵਿੱਚ ਤੁਹਾਡੇ ਵੱਲੋਂ ਕੀ ਸੁਵਿਧਾ ਦਿੱਤੀ ਜਾਂਦੀ ਰਹੀ ਕੋਵਿਡ-19 ਦੇ ਵਿੱਚ ਵੀ, ਤੇ ਹੁਣ ਖਾਸ ਕਰਕੇ ਇਸ ਏਰੀਆ ਦੇ ਵਿੱਚ ਕੀ ਫੈਸਿਲਿਟੀ ਤੁਹਾਡੇ ਵੱਲੋਂ ਦਿੱਤੀ ਜਾਊਗੀ? ਇੱਥੇ ਅਕਾਲ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੇ ਚੈਸਟ ਸੰਬੰਧਿਤ ਜਿਹੜੀਆਂ ਬਿਮਾਰੀਆਂ ਹੈ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਵੇਗਾ। ਦਮੇ ਤੋਂ ਸ਼ੁਰੂ ਹੋ ਕੇ ਕੋਵਿਡ ਤੱਕ ਦੀਆਂ ਸਾਰੀਆਂ ਬਿਮਾਰੀਆਂ, ਜਿਸ ਤਰ੍ਹਾਂ ਕਿ ਜਿਹੜਾ ਫੇਫੜੇ ਦਾ ਸੁੰਗੜਨਾ, ਫੇਫੜੇ ਦੇ ਵਿੱਚ ਪਾਣੀ ਪੈਣਾ, ਕਰੋਨਾ ਤੋਂ ਬਾਅਦ ਜਿਹੜਾ ਹੈ ਫੇਫੜੇ ਦਾ ਕਮਜ਼ੋਰ ਹੋਣਾ, ਜਾਂ ਨੀਂਦ ਦੇ ਸੰਬੰਧਿਤ ਨੀਂਦ ਦੇ ਵਿੱਚ ਸਾਹ ਰੁਕਣਾ, OSA ਜਿਹਨੂੰ ਅਸੀਂ ਕਹਿੰਦੇ ਹਾਂ ਓਬਸਟਰਕਟਿਵ ਸਲੀਪ ਐਪਨੀਆ, ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਇੱਥੇ ਇਲਾਜ ਕੀਤਾ ਜਾਏਗਾ। ਕਰੋਨਾ ਟਾਈਮ ਦੇ ਵਿੱਚ ਇਸ ਏਰੀਆ ਦੇ ਵਿੱਚ, ਇਸ ਹਲਕੇ ਦੇ ਵਿੱਚ ਇੱਕ ਚੈਸਟ ਫਿਜ਼ੀਸ਼ੀਅਨ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਬਹੁਤ ਸਫ਼ਰ ਕਰਨਾ ਪਿਆ, ਬਟ ਹੁਣ ਜੋ ਹੈ ਇੱਥੇ ਹਰ ਤਰ੍ਹਾਂ ਦੀਆਂ ਫੈਸਿਲਿਟੀਜ਼ ਤੁਹਾਨੂੰ ਦਿੱਤੀਆਂ ਜਾਣਗੀਆਂ ਤੇ ਉਮੀਦ ਹੈ ਕਿ ਅਸੀਂ ਸਭ ਪੇਸ਼ੈਂਟਸ ਨੂੰ ਸੈਟੀਸਫਾਈ ਕਰ ਸਕਾਂਗੇ। ਜੀ। ਤੇ ਡਾਕਟਰ ਸਾਹਿਬ, ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਜਦੋਂ ਆਪਾਂ ਚੈਸਟ ਦੇ ਰੋਗਾਂ ਦੀ ਗੱਲ ਕਰਦੇ ਹਾਂ, ਕੋਈ ਵੀ ਰੋਗ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜਾ ਹੈਗਾ ਪੈਦਾ ਹੁੰਦਾ ਆ, ਤੇ ਇਸ ਰੋਗ ਦਾ ਦਮਾ ਦੀ ਗੱਲ ਕਰਦੇ ਹਾਂ, ਚੈਸਟ ਰੋਗਾਂ ਦੀ ਗੱਲ ਕਰਦੇ ਹਾਂ, ਫੇਫੜਿਆਂ ਦੇ ਸੁਗੜਨ ਦੀ ਗੱਲ ਕਰਦੇ ਹਾਂ, ਕੀ ਕਾਰਨ ਰਹਿੰਦਾ ਜਿਹੜਾ ਇਹ ਛਾਤੀ ਦੇ ਰੋਗ ਜਿਹੜੇ ਉਤਪੰਨ ਹੁੰਦੇ ਆ? ਇਹ ਜੀ ਛਾਤੀ ਦੀ ਜੇ ਬਿਮਾਰੀਆਂ ਦੀ ਗੱਲ ਕਰੀਏ ਤਾਂ ਦੇयर इज़ ਅ ਲਿਸਟ ਆਫ ਡਿਜ਼ੀਜ਼ਸ। ਜੇ ਆਪਾਂ ਦਮਾ ਤੋਂ ਸ਼ੁਰੂ ਕਰਦੇ ਹਾਂ ਤਾਂ ਇਹ ਬੇਸਿਕਲੀ ਇੱਕ ਐਲਰਜੀ ਹੈ ਜੋ ਕਿ ਇੱਕ ਹੈਰੀਡਿਟਰੀ ਹੈ, ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਦੇ ਵਿੱਚ ਪਾਸ ਆਨ ਹੁੰਦੀ ਹੈ। ਐਲਰਜੀ ਦੇ ਕਾਰਨ ਜਿਹੜੀਆਂ ਹਵਾ ਦੀਆਂ ਜਿਹੜੀਆਂ ਸਾਹ ਵਾਲੀਆਂ ਨਾਲੀਆਂ ਨੇ ਉਸ ਵਿੱਚ ਸੋਜਿਸ਼ ਆ ਜਾਂਦੀ ਹੈ, ਜਿਸ ਕਰਕੇ ਉਹ ਰਸਤਾ ਤੰਗ ਹੋ ਜਾਂਦਾ ਹੈ। ਤੇ ਇੱਥੇ ਅਸੀਂ ਇਹਦੇ ਲਈ ਬਤੌਰ ਜੋ ਹੈ ਇਨਹੇਲਰਸ ਪ੍ਰਿਸਕ੍ਰਾਈਬ ਕੀਤੇ ਜਾਂਦੇ ਆ ਜੋ ਕਿ ਉਹ ਸੋਜਿਸ਼ ਨੂੰ ਜਿਹੜੀਆਂ ਘੱਟ ਕਰ ਦਿੰਦੇ ਨੇ। ਤਾਂ ਇਸ ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੀਆਂ ਦਮੇ ਦੇ ਡਾਇਗਨੋਸਿਸ ਦੇ ਲਈ ਇੱਕ ਸਾਹ ਵਾਲਾ ਟੈਸਟ ਹੁੰਦਾ ਜੋ ਹਰ ਕਿਤੇ ਵੀ ਅਵੇਲੇਬਲ ਨਹੀਂ ਹੁੰਦਾ, ਉਹ ਵੀ ਸਰਵਿਸ ਇੱਥੇ ਅਸੀਂ ਪ੍ਰੋਵਾਈਡ ਕਰਾਂਗੇ। ਬਾਕੀ ਫੇਫੜੇ ਦੇ ਸੁੰਗੜਨ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਸ ਦੇ ਕਈ ਕਾਰਨ ਹੁੰਦੇ ਆ, ਉਹਦੇ ਲਈ ਵੀ ਪਹਿਲੇ ਜਿਹੜੇ ਕਈ ਟੈਸਟ ਹੁੰਦੇ ਨੇ, ਇੱਕ ਹਾਈ ਐਂਡ ਟੈਸਟ ਕਰਨੇ ਪੈਂਦੇ, ਉਹ ਟੈਸਟ ਵੀ ਇੱਥੇ ਜਿਹੜੇ ਅਵੇਲੇਬਲ ਹੋਣਗੇ। ਮਰੀਜ਼ਾਂ ਨੂੰ ਕਿਤੇ ਵੀ ਦੂਰ ਜਾਣ ਦੀ ਲੋੜ ਨਹੀਂ ਹੋਏਗੀ। ਮਨੁੱਖ ਵਾਸਤੇ ਸਭ ਤੋਂ ਜ਼ਰੂਰੀ ਸਾਹ ਹੁੰਦਾ। ਬੰਦਾ ਪਾਣੀ ਤੋਂ ਬਿਨਾਂ ਵੀ ਕਈ ਦਿਨ ਕੱਢ ਲੈਂਦਾ, ਰੋਟੀ ਤੋਂ ਬਿਨਾਂ ਵੀ ਕੱਢ ਲੈਂਦਾ, ਪਰ ਜਦੋਂ ਛਾਤੀ ਦਾ ਰੋਗ ਲੱਗ ਜਾਂਦਾ ਮਨੁੱਖ ਨੂੰ ਇਹ ਚਿੰਤਾ ਹੁੰਦੀ ਕਿ ਜੇ ਸਾਹ ਰੁਕ ਗਿਆ ਤੇ ਸਵਾਸ ਜਿਹੜੇ ਤੇ ਜ਼ਿੰਦਗੀ ਖਤਮ ਹੋ ਜਾਣੀ ਆ।
ਤੇ ਇਹ ਜਿਹੜੇ ਰੋਗ ਜਦੋਂ ਬੰਦੇ ਨੂੰ ਲੱਗ ਜਾਂਦੇ ਆ ਤੇ ਇਹ ਕੀ ਜੜ ਤੋਂ ਖਤਮ ਹੋ ਸਕਦੇ ਆ ਕਿ ਇਹ ਲਗਾਤਾਰ ਜਦ ਤੱਕ ਸਾਹ ਚੱਲਦੇ ਤਦ ਤੱਕ ਦਵਾਈ ਖਾਣੀ ਪੈਂਦੀ ਹੈ? ਇਹ ਜੀ ਫੇਫੜੇ ਦੀ ਜੋ ਸਰਟਨ ਕੁਝ ਇਨਫੈਕਸ਼ਨਸ ਨੇ, ਜਿਸ ਤਰ੍ਹਾਂ ਟੀਬੀ ਹੋ ਗਿਆ, ਟੀਬੀ ਜੋ ਹੈ ਅੱਜ ਕੱਲ੍ਹ ਸਭ ਕੁਝ ਕਿਉਰੇਬਲ ਹੈ। ਟੀਬੀ ਦੀ ਦਵਾਈ ਜਿਹੜੀ ਹੈ ਉਹ ਵੀ ਇੱਥੇ ਅਸੀਂ ਸਭ ਕੁਝ ਪ੍ਰੋਵਾਈਡ ਕੀਤਾ ਜਾਏਗਾ। ਟੀਬੀ ਦੇ ਵੱਖਰੇ ਵੱਖਰੇ ਟੈਸਟ, ਹਰ ਤਰ੍ਹਾਂ ਦੀ ਟੀਬੀ, ਛਾਤੀ ਦੀ ਟੀਬੀ, ਰੀੜ੍ਹ ਦੀ ਹੱਡੀ ਦੀ ਟੀਬੀ, ਫੇਫੜੇ ਦੇ ਵਿੱਚ ਪਾਣੀ ਪੈਣਾ, ਉਹ ਵੀ ਇੱਕ ਟੀਬੀ ਦਾ ਕਾਰਨ ਹੁੰਦਾ ਹੈ। ਸੋ ਇਸ ਤਰ੍ਹਾਂ ਦੇ ਜੋ ਇਨਫੈਕਸ਼ੀਅਸ ਡਿਜ਼ੀਜ਼ਸ ਨੇ, ਇਹ ਜੋ ਹੈ 100% ਕਿਉਰ ਕੀਤੀਆਂ ਜਾ ਸਕਦੀਆਂ ਨੇ। ਤੇ ਬਾਕੀ ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਵੀ ਨੇ, ਜਿਸ ਤਰ੍ਹਾਂ ਦਮਾ ਹੈ, ਉਹਨੂੰ ਅਸੀਂ ਜੜ ਤੋਂ ਨਹੀਂ ਖਤਮ ਕਰ ਸਕਦੇ, ਬਟ ਜੋ ਹੈ ਦਵਾਈ ਦੇ ਨਾਲ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਾਂ ਫੇਫੜੇ ਦਾ ਜਿਹੜੇ ਸੁੰਗੜਨਾ ਹੈ, ਉਸ 'ਤੇ ਜਿਹੜੇ ਆ ਉਸ ਦੇ ਲਈ ਕਈ ਵਾਰ ਪੇਸ਼ੈਂਟਸ ਨੂੰ ਉਹ ਵੀ ਪੂਰੀ ਤਰ੍ਹਾਂ ਜੋ ਰਿਵਰਸੀਬਲ ਨਹੀਂ ਹੈ, ਬਟ ਉਨੀਆਂ ਕਿ ਸਾਡੇ ਕੋਲ ਉਸ ਤਰ੍ਹਾਂ ਦੀ ਦਵਾਈਆਂ ਹਨ ਕਿ ਜਿਹੜੀਆਂ ਕਿ ਉਸ ਸੁੰਗੜਨ ਨੂੰ ਅਸੀਂ ਰੋਕ ਸਕਦੇ ਹਾਂ। ਤਾਂ ਕੁਝ ਲਿਸਟ ਆਫ ਡਿਜ਼ੀਜ਼ਸ ਨੇ ਜੋ ਪੂਰੀ ਤਰ੍ਹਾਂ ਕਿਉਰ ਹੋ ਸਕਦੀਆਂ ਨੇ, ਪਰ ਬਾਕੀ ਜੋ ਹੈ ਉਹ ਅਸੀਂ ਦਵਾਈ ਦੇ ਨਾਲ ਫਿਰ ਵੀ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ। ਡਾਕਟਰ ਸਾਹਿਬ, ਜਿੱਦਾਂ ਅਸੀਂ ਅਕਸਰ ਗੱਲ ਕਰਦੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਕਿ ਅੱਜ ਦੇ ਟਾਈਮ ਜਿਹਦਾ ਟ੍ਰੈਂਡ ਚੱਲ ਗਿਆ ਹੋਇਆ ਫਾਸਟ ਫੂਡ ਦਾ ਜਾਂ ਇਹਨਾਂ ਚੀਜ਼ਾਂ ਦਾ, ਤੇ ਕੁਝ ਨਾ ਕੁਝ ਪਰਹੇਜ਼ ਵੀ ਇਹਦੇ ਵਿੱਚ ਜ਼ਰੂਰੀ ਰਹਿੰਦੇ ਆ। ਜੇ ਆਪਾਂ ਆਉਣ ਵਾਲੇ ਸਮੇਂ ਜੇ ਅੱਜ ਯੰਗਸਟਰ ਖਾਂਦੇ ਹੈਗੇ 40 ਸਾਲ 45 ਸਾਲ ਤੋਂ ਬਾਅਦ ਇਹ ਰੋਗ ਜਿਹੜੇ ਉਤਪੰਨ ਹੋਣੇ, ਤੇ ਕੋਈ ਇਦਾਂ ਦਾ ਟਰੀਟਮੈਂਟ ਜਾਂ ਕੋਈ ਇਦਾਂ ਦਾ ਪਰਹੇਜ਼ ਇਦਾਂ ਦਾ ਕੀਤਾ ਜਾਵੇ ਕਿ ਇਹ ਰੋਗ ਪੈਦਾ ਹੀ ਨਾ ਹੋਣ? ਕੁਝ ਸਰਟਨ ਸਟੱਡੀਜ਼ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਗਿਆ ਹੈਗਾ ਕਿ ਜੇ ਐਸਿਡਿਟੀ, ਜਿਹੜੀ ਪੇਟ ਦੀਆਂ ਬਿਮਾਰੀਆਂ ਦੇ ਨਾਲ ਦਮੇ ਦਾ ਜਿਹੜਾ ਹੈ ਉਹ ਡਾਇਰੈਕਟਲੀ ਇੱਕ ਰਿਲੇਸ਼ਨ ਪਾਇਆ ਗਿਆ ਹੈ ਕਿ ਜਿਹੜੇ ਪੇਸ਼ੈਂਟਸ ਦੇ ਵਿੱਚ ਜਿਹੜਾ ਐਸਿਡਿਟੀ ਜ਼ਿਆਦਾ ਰਹਿੰਦੀ ਹੈ, ਉਹਨਾਂ ਨੂੰ ਜਿਹੜਾ ਵਿਗੜੇ ਹੋਏ ਦਮੇ ਦਾ ਸ਼ਿਕਾਰ ਕਈ ਵਾਰ ਹੋ ਜਾਂਦੇ ਨੇ। ਸੋ ਇਸ ਕਰਕੇ ਡਾਈਟ ਦਾ ਵੀ ਲੰਗਸ ਦੇ ਨਾਲ ਡਾਇਰੈਕਟ ਰਿਲੇਸ਼ਨ ਹੈ। ਅਸੀਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹੁੰਦੇ ਜਿੱਦਾਂ ਕੋਈ ਪੇਸ਼ੈਂਟ ਇੱਥੇ ਦਵਾਈ ਲੈਣ ਵਾਸਤੇ ਹੁੰਦਾ, ਆਪਰੇਸ਼ਨ ਦੇ ਵਾਸਤੇ ਆਪਰੇਸ਼ਨ ਥੀਏਟਰ ਵੀ ਜ਼ਰੂਰੀ ਹੁੰਦਾ ਹਸਪੀਟਲ ਦੇ ਵਿੱਚ, ਫਾਰਮੇਸੀ ਵੀ ਜ਼ਰੂਰੀ ਹੁੰਦੀ ਆ, ਕਿਉਂਕਿ ਜੇ ਮੈਡੀਸਨ ਬਾਹਰੋਂ ਲੈਣਾ ਪਏਗਾ ਕਿ ਇੱਥੇ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੋਣਗੀਆਂ? ਇੱਥੇ ਜੀ ਸਭ ਕੁਝ ਅਵੇਲੇਬਲ ਹੈ, ਫਾਰਮੇਸੀ ਤੋਂ ਲੈ ਕੇ ਐਕਸ-ਰੇਜ਼ ਤੱਕ, ਬਲੱਡ ਟੈਸਟ, ਇੱਕ ਵੈਲ ਇਕੁਇਪਡ ਆਪਰੇਸ਼ਨ ਥੀਏਟਰ ਹੈ ਸਾਡੇ ਕੋਲ। ਸੋ ਪੇਸ਼ੈਂਟ ਨੂੰ ਕਿਤੇ ਵੀ ਕਿਸੇ ਟੈਸਟ ਦੇ ਲਈ, ਕਿਸੇ ਪ੍ਰੋਸੀਜਰ ਦੇ ਲਈ ਬਾਹਰ ਨਹੀਂ ਜਾਣਾ ਪਏਗਾ, ਸਭ ਕੁਝ ਇੱਥੇ ਅੰਦਰ ਹੀ ਮੈਨੇਜ ਹੋ ਜਾਏਗਾ। ਜਿਵੇਂ ਅਸੀਂ ਕਹਿੰਦੇ ਕਿ ਅੱਜ ਓਪਨਿੰਗ ਹੋਈ ਆ ਹਸਪੀਟਲ ਦੀ, ਤੇ ਪਹਿਲਾ ਹਸਪੀਟਲ ਹੈਗਾ ਇਸ ਏਰੀਏ ਦੇ ਵਿੱਚ ਜਿਹਨੂੰ ਮਲਟੀ ਸਪੈਸ਼ਲਿਟੀ ਹਸਪੀਟਲ ਆਪਾਂ ਕਹਿ ਸਕਦੇ ਹਾਂ। ਤੇ ਸਟਾਰਟਿੰਗ ਦੇ ਵਿੱਚ ਜਦੋਂ ਕੋਈ ਪੇਸ਼ੈਂਟ ਆਉਂਦਾ ਹੈ, ਕਿਉਂਕਿ ਅਕਸਰ ਲੋਕਾਂ ਦੇ ਮਨ 'ਚ ਵਹਿਮ ਜਿਹਾ ਰਹਿ ਜਾਂਦਾ ਕਿ ਜੇ ਮਲਟੀ ਸਪੈਸ਼ਲਿਟੀ ਹਸਪੀਟਲ ਚੱਲ ਗਏ ਤਾਂ ਬਹੁਤ ਮਹਿੰਗੇ ਹੋਣੇ ਆ, ਤੇ ਉੱਥੇ ਜਾ ਕੇ ਕਿਤੇ ਜ਼ਿਆਦਾ ਇਹਨਾਂ ਖਰਚਾ ਸਾਡਾ ਵੱਧ ਜਾਵੇ। ਤੇ ਇੱਥੇ ਵੀ ਕੁਛ ਇੱਦਾਂ ਦਾ ਹੈਗਾ ਕਿ ਕੋਈ ਸਸਤਾ ਰਹੇਗਾ ਪੇਸ਼ੈਂਟ ਵਾਸਤੇ? ਇੱਥੇ ਜੀ ਬਾਕੀ ਪ੍ਰਾਈਵੇਟ ਹਸਪੀਟਲਾਂ ਨਾਲੋਂ ਇੱਕ ਘੱਟ ਰੇਟ ਦੇ ਉੱਪਰ ਹੀ ਜਿਹੜੀ ਹੈ ਇੱਕ OPD ਸਲਿੱਪ ਤੇ ਫਾਰਮੇਸੀ ਘੱਟ ਰੇਟਸ ਦੇ ਉੱਪਰ ਹੀ ਦਿੱਤੀ ਜਾਏਗੀ, ਜਿਸ ਤਰ੍ਹਾਂ ਕਿ ਚੈਰੀਟੇਬਲ ਹਸਪੀਟਲਸ ਦੇ ਵਿੱਚ ਹੁੰਦਾ ਹੈ। ਮਤਲਬ ਕੋਈ ਵੀ ਪੇਸ਼ੈਂਟ ਆਉਂਦਾ ਹੈ ਤੁਹਾਨੂੰ ਚੈਰੀਟੇਬਲ ਹਸਪੀਟਲ ਦੀ ਵਾਂਗ ਹੀ ਘੱਟ ਰੇਟਸ ਦੇ ਉੱਪਰ ਹੀ ਸਭ ਇਲਾਜ ਕੀਤਾ ਜਾਏਗਾ। ਠੀਕ ਹੈ। ਅਸੀਂ ਸਾਰੇ ਹੀ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੈਗੇ ਕਿ ਤੁਹਾਡੇ ਇਸ ਏਰੀਏ ਦੇ ਵਿੱਚ ਸਭ ਤੋਂ ਪਹਿਲਾ ਅਕਾਲ ਮਲਟੀ ਸਪੈਸ਼ਲਿਟੀ ਹਸਪੀਟਲ ਜਿਹੜਾ ਓਪਨ ਹੋ ਗਿਆ ਹੈ। ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿੰਨੇ ਵੀ ਇਸ ਏਰੀਏ ਦੇ ਵਿੱਚ ਲੋੜਵੰਦ ਪਰਿਵਾਰ ਹੈਗੇ, ਜਿਹੜੇ ਦੂਰ ਦਰਾਡੇ ਜਾਂਦੇ ਜਾਂ ਲੁਧਿਆਣੇ, ਜਲੰਧਰ, ਅੰਮ੍ਰਿਤਸਰ ਜਾਂਦੇ ਹੈਗੇ ਆ, ਉਸ ਏਰੀਏ ਦੇ ਵਿੱਚ ਹੀ ਆਪਣੇ ਮਲਟੀ ਸਪੈਸ਼ਲਿਟੀ ਜਿਹੜੇ ਡਾਕਟਰ ਸਾਹਿਬਾਨਾਂ ਕੋਲੋਂ ਆਣ ਕੇ ਸਰਜਰੀ ਵੀ ਕਰਵਾ ਸਕਦੇ ਆ, ਹਰੇਕ ਬਿਮਾਰੀ ਦਾ ਇਲਾਜ ਕਰਵਾ ਸਕਦੇ ਆ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਇਸ ਦੇ ਨਾਲ ਹੀ ਅਸੀਂ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।